ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬਾਗੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦੇ ਵਿੱਚ ਮੁੜ ਜਿਉਂਦਾ ਕਰਨ ਦੇ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇੱਕ ਵਾਰ ਫਿਰ ਤੋਂ ਦੁਰਵਰਤੋਂ ਹੋ ਰਹੀ ਹੈ। ਅਕਾਲ ਤਖਤ ਸਾਹਿਬ ਦਾ ਬਾਗੀ ਕਿਵੇਂ ਹੈ ਬਾਦਲ, ਮੈਂ ਤੱਥਾਂ ਸਮੇਤ ਕੁਝ ਨੁਕਤੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ। 13 ਅਪ੍ਰੈਲ 1978 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਨਿਰੰਕਾਰੀ ਕਾਂਡ ਦੌਰਾਨ 13 ਸਿੱਖ ਸ਼ਹੀਦ ਹੋਏ ਅਤੇ ਕਈ ਸਿੱਖ ਜ਼ਖਮੀ ਹੋਏ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ। ਉਹ ਇੱਕ ਲੰਮੀ ਚੌੜੀ ਦਾਸਤਾਨ ਹੈ ਕਿ ਕਿਵੇਂ ਡੀਸੀ ਨਿਰੰਜਨ ਸਿੰਘ ਨੇ ਅਖੌਤੀ ਨਿਰੰਕਾਰੀ ਬਾਬੇ ਨੂੰ ਤੇ ਉਹਦੀ ਪਤਨੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਹਰਿਆਣੇ ਦੀ ਹੱਦ ਤੱਕ ਛੱਡ ਕੇ ਆਇਆ ਸੀਗਾ। ਔਰ ਬਾਦਲ ਦੀ ਉਹ ਪੂਰੀ ਜਿਹੜੀ ਭੂਮਿਕਾ ਹੈ ਪੁਰਾਣੇ ਬਜ਼ੁਰਗ ਸਾਰੇ ਜਾਣਦੇ ਹੈ, ਪਰ ਮੈਂ ਸੰਖੇਪ ਰੂਪ ਦੇ ਵਿੱਚ ਕਿ ਕਦੋਂ ਬਾਦਲ ਨੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ, ਅੱਜ ਉਹ ਤੁਹਾਡੇ ਧਿਆਨ ਵਿੱਚ ਲਿਆ ਰਿਹਾ। 10 ਜੂਨ 1978 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਕਿ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ, ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ। ਸਾਧੂ ਸਿੰਘ ਜਥੇਦਾਰ ਸੀ ਉਦੋਂ। ਤਾਂ 10 ਜੂਨ 1978 ਨੂੰ ਇਹ ਹੁਕਮਨਾਮਾ ਜਾਰੀ ਹੁੰਦਾ ਹੈ ਅਕਾਲ ਤਖਤ ਸਾਹਿਬ ਵੱਲੋਂ। ਇਸ ਹੁਕਮਨਾਮੇ ਨੂੰ 17 ਜੂਨ 1978 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਚੁਣੌਤੀ ਦਿੱਤੀ ਸੀ, ਜਦੋਂ ਬਾਦਲ ਨੇ ਇਹ ਕਿਹਾ ਸੀ ਕਿ ਜਿਹੜਾ ਇਹ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਇਹ ਸਿਰਫ ਉਹਨਾਂ ਲਈ ਹੈ ਜਿਹੜੇ ਅਕਾਲ ਤਖਤ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ। ਇਹਦਾ ਮਤਲਬ 1978 ਚ ਬਾਦਲ ਇਹ ਕਬੂਲ ਕਰ ਰਿਹਾ ਸੀ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹਾਂ। ਇਹ ਸਾਰੀ ਜਿਹੜੀ ਰਿਪੋਰਟ ਹੈ 18 ਜੂਨ 1978 ਦੇ ਅਕਾਲੀ ਪੱਤਰਕਾ ਦੇ ਵਿੱਚ ਵੀ ਛਪੀ ਸੀਗੀ। ਇਸ ਤੋਂ ਬਾਅਦ ਇੱਥੇ ਹੀ ਅਜੇ ਵਸ ਨਹੀਂ, ਉਹਨਾਂ ਨਿਰੰਕਾਰੀਆਂ ਨੇ ਹੀ 27 ਅਗਸਤ 1979 ਨੂੰ ਦੁਬਾਰਾ ਫੇਰ ਸਿੱਖਾਂ ਦੀ ਅਣਖ ਨੂੰ ਬੰਗਾਰਿਆ। ਜਿਹੜੇ 1978 ਵਿੱਚ 13 ਸਿੱਖਾਂ ਦਾ ਕਤਲ ਕਰਕੇ ਗਏ ਸੀ, 1979 ਵਿੱਚ ਫਿਰ ਉਹਨਾਂ ਨੇ 27 ਅਗਸਤ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਣਾ ਪ੍ਰੋਗਰਾਮ ਉਲੀਕਿਆ। ਤਾਂ 2 ਦਿਨ ਪਹਿਲਾਂ 25 ਅਗਸਤ 1979 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਸਾਹਿਬ ਦੇ ਪ੍ਰਸ਼ਾਸਨ ਨੂੰ ਕਿਹਾ ਕਿ ਇਹ ਜਿਹੜਾ ਨਿਰੰਕਾਰੀਆਂ ਦਾ ਪ੍ਰੋਗਰਾਮ ਹੈ ਨਿਰਵਿਘਨਤਾ ਨਾਲ ਚੱਲਣਾ ਚਾਹੀਦਾ ਹੈ। ਕੋਈ ਵੀ ਬੰਦਾ ਜਿਹੜਾ ਇਸ ਪ੍ਰੋਗਰਾਮ ਦਾ ਵਿਰੋਧ ਕਰੇ ਉਹਨੂੰ ਸਖਤੀ ਦੇ ਨਾਲ ਨਿਪਟਿਆ ਜਾਵੇ, ਉਹਦੇ ਤੇ ਸਖਤੀ ਕੀਤੀ ਜਾਵੇ। ਬਕਾਇਦਾ ਇਹ ਸਾਰੀਆਂ ਰਿਪੋਰਟਾਂ ਉਸ ਵੇਲੇ ਦੇ ਮੀਡੀਆ ਵਿੱਚ ਆਈਆਂ ਸੀ। 26 ਫਰਵਰੀ 1978 ਦੇ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਵੀ ਇਹਦੀ ਨਿਊਜ਼ ਹੈ ਜਿਹੜੀ ਲੱਗੀ ਸੀਗੀ, ਜਿਹੜੀ ਹਦਾਇਤ ਬਾਦਲ ਨੇ ਪ੍ਰਸ਼ਾਸਨ ਨੂੰ ਕੀਤੀ। ਇੱਥੇ ਅਜੇ ਵਸ ਨਹੀਂ, ਸਨ 1979 ਦੇ ਵਿੱਚ ਜਦੋਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ, ਤਾਂ ਬਾਦਲ ਉਹ ਪਹਿਲਾ ਬੰਦਾ ਹੈ ਜਿਨੇ ਇਹ ਜਵਾਬ ਭੇਜਿਆ ਅਕਾਲ ਤਖਤ ਤੇ ਜਥੇਦਾਰ ਨੂੰ ਕਿ ਮੈਂ ਇੱਕ ਮੁੱਖ ਮੰਤਰੀ ਹਾਂ। ਮੁੱਖ ਮੰਤਰੀ ਕਦੇ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੁੰਦਾ, ਜਦੋਂ ਕਿ ਸਾਰੇ ਸੱਜਣ ਇਸ ਗੱਲ ਨੂੰ ਭਲੀ ਭਾਂਤ ਜਾਣੂ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੀਗਾ। ਇੱਥੋਂ ਤੱਕ ਜੇ ਬਹੁਤਾ ਦੂਰ ਨਾ ਜਾਈਏ ਤਾਂ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ। ਗ੍ਰਹਿ ਮੰਤਰੀ ਬੂਟਾ ਸਿੰਘ ਅਕਾਲ ਤਖਤ ਸਾਹਿਬ ਤੇ ਪਹੁੰਚਿਆ। ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਅਕਾਲ ਤਖਤ ਸਾਹਿਬ ਤੇ ਗਿਆ ਸੀਗਾ। ਪੇਸ਼ ਹੁੰਦੇ ਰਹੇ ਬੰਦੇ, ਪਰ ਇੱਕੋ ਇੱਕ ਬੰਦਾ ਹੈ ਜਦੋਂ ਅਕਾਲ ਤਖਤ ਸਾਹਿਬ ਨੇ ਇਹਨੂੰ ਤਲਬ ਕੀਤਾ, ਇਹ ਕਹਿੰਦਾ ਮੈਂ ਮੁੱਖ ਮੰਤਰੀ ਆ, ਮੈਂ ਨਹੀਂ ਆਉਂਦਾ। ਤਾਂ ਜਿਹੜੇ ਬੰਦੇ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੁੰਦੇ ਉਹਨਾਂ ਨੂੰ ਆਮ ਤੌਰ ਤੇ ਪੰਥ ਵਿੱਚੋਂ ਕੱਢ ਦਿੱਤਾ ਜਾਂਦਾ ਹੈ।
ਇੱਥੋਂ ਤੱਕ ਕਿ ਭਾਵੇਂ ਆਪਾਂ ਕਿਸੇ ਦੇ ਵਿਚਾਰਾਂ ਨਾਲ ਪੂਰੇ ਸਹਿਮਤ ਹੋਈਏ ਜਾਂ ਨਾ, ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਸਾਹਿਬ ਤੇ ਪਹੁੰਚੇ ਵੀ ਸੀ। ਇਹਦੇ ਬਾਵਜੂਦ ਵੀ ਉਹਨਾਂ ਨੂੰ ਕਿਹਾ ਗਿਆ ਤੁਸੀਂ ਸਾਡੇ ਨਿੱਜੀ ਦਫ਼ਤਰ 'ਚ ਪਹੁੰਚ ਕੇ ਗੱਲਬਾਤ ਕਰੋ। ਉਹਨਾਂ ਨੂੰ ਫਿਰ ਵੀ ਪੰਥ ਵਿੱਚੋਂ ਕੱਢਿਆ ਗਿਆ ਸੀਗਾ। ਮੈਂ ਇੱਥੇ ਕੋਈ ਧੜੇ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਤੱਥ ਨੇ ਸਿਰਫ ਉਹ ਤੁਹਾਡੇ ਧਿਆਨ ਵਿੱਚ ਲਿਆ ਰਿਹਾ ਕਿ ਜਿਹੜਾ ਅਕਾਲ ਤਖਤ ਤੇ ਪੇਸ਼ ਨਹੀਂ ਹੁੰਦਾ ਉਹਨੂੰ ਆਮ ਤੌਰ ਤੇ ਪੰਥ 'ਚੋਂ ਕੱਢਦੇ ਆ। ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਫਖਰੇ ਕੌਮ ਦਿੱਤਾ। ਮੈਂ ਅੱਗੇ ਜਾ ਕੇ ਗੱਲ ਕਰਾਂਗਾ। ਤਾਂ ਹੁਣ ਤੁਸੀਂ ਵੇਖੋ ਇੱਥੇ ਅਜੇ ਵਸ ਨਹੀਂ ਹੈ, ਕਿਵੇਂ ਬਾਰ-ਬਾਰ ਬਾਦਲ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਹੈ। 13 ਅਪ੍ਰੈਲ 1994 ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਸੀ, ਉਹਨਾਂ ਨੇ ਇੱਕ ਹੁਕਮਨਾਮਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਧੜੇ ਨੇ ਉਹਨਾਂ ਸਾਰੇ ਧੜਿਆਂ ਨੂੰ ਭੰਗ ਕੀਤਾ ਜਾਵੇ। ਤਾਂ ਸਾਰੇ ਧੜੇ 25 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ, ਪਰ ਇੱਕੋ ਹੀ ਸੀ ਜਿਹੜਾ ਅਕਾਲ ਤਖਤ ਸਾਹਿਬ ਤੇ ਸ਼ਾਮਲ ਨਹੀਂ ਹੋਇਆ ਪੂਰੇ ਪੰਥ ਵਿੱਚੋਂ, ਉਹ ਸੀ ਬਾਦਲ ਕੇ। ਇਹ ਉੱਥੇ ਸ਼ਾਮਲ ਨਹੀਂ ਹੋਏ। 2 ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਛਤਰਛਾਇਆ ਦੇ ਹੇਠ ਖਾਲਸਾ ਪੰਥ ਦੀ ਹਾਜ਼ਰੀ ਦੇ ਵਿੱਚ ਇੱਕ ਫੈਸਲਾ ਹੋਇਆ, ਜਿਹੜਾ ਜਥੇਦਾਰ ਮਨਜੀਤ ਸਿੰਘ ਨੇ ਸੁਣਾਇਆ। ਉਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਹੋਈ 2 ਮਈ 1994 ਨੂੰ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਅਕਾਲ ਤਖਤ ਸਾਹਿਬ ਤੋਂ ਹੋਈ। ਉੱਥੇ ਦੂਜੇ ਪਾਸੇ ਜਿਹੜੇ ਬਾਦਲ ਜਿਹੜਾ ਉੱਥੇ ਨਹੀਂ ਸੀ ਪਹੁੰਚਿਆ, ਉਹਨੂੰ 6 ਮਈ ਨੂੰ ਪੇਸ਼ ਹੋਣ ਦੀ ਹਦਾਇਤ ਦਿੱਤੀ ਗਈ ਕਿ ਇੱਥੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੇ। ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਪੇਸ਼ ਹੋਣ ਦੀ ਥਾਂ ਤੇ, ਨਿਮਰਤਾ ਨਾਲ ਪੇਸ਼ ਹੋਣ ਦੀ ਥਾਂ ਤੇ, ਇਹ ਬਾਦਲ 6 ਮਈ ਨੂੰ ਆਇਆ, ਪੂਰਾ ਹਜੂਮ ਲੈ ਕੇ ਧਾੜਵੀਆਂ ਵਾਂਗ ਅਕਾਲ ਤਖਤ ਸਾਹਿਬ ਤੇ ਪਹੁੰਚਿਆ। ਤੇ ਜਿਹੜੇ ਇਹਨੇ ਨਾਲ ਬੰਦੇ ਸੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਅਪਮਾਨਜਨਕ ਸ਼ਬਦ ਬੋਲੇ, ਇੱਥੋਂ ਤੱਕ ਕਿ ਗਾਲੀ ਗਲੋਚ ਵੀ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਅੰਦਰ ਵੜ ਕੇ ਉੱਥੇ ਧਮਕਾਇਆ ਅਤੇ ਕਿਹਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਬਾਹਰ ਆ ਕੇ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਕਿ ਮੈਨੂੰ ਵੱਖਰਾ ਅਕਾਲੀ ਦਲ ਬਣਾਉਣ ਦੀ ਇਜਾਜ਼ਤ ਮਿਲ ਗਈ ਹੈ, ਜਦੋਂ ਕਿ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਵੱਖਰਾ ਅਕਾਲੀ ਦਲ ਬਣਾਉਣ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ। ਸੋ ਇਹ ਲੰਮੇ ਚਿੱਠੇ ਨੇ ਬਾਦਲ ਦੇ। ਇਸ ਤੋਂ ਮੈਂ ਅੱਗੇ ਵਧਾਂ। 31 ਦਸੰਬਰ 1998 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਵਕਤ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸੀ, ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਜਿਹੜਾ 300 ਸਾਲਾ ਆ ਰਿਹਾ ਖਾਲਸਾ ਪ੍ਰਗਟ ਦਿਵਸ 1999 ਦੇ ਵਿੱਚ, ਉਹ ਆਪਾਂ ਮਿਲ ਜੁਲ ਕੇ ਮਨਾਉਣਾ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਾਦਲ ਤੌੜਾ ਵਿਵਾਦ ਕਾਫੀ ਵੱਡੇ ਪੱਧਰ ਤੇ ਜਿਹੜਾ ਸੀਗਾ ਵਧਿਆ ਹੋਇਆ ਸੀ। ਤਾਂ ਇਹ ਹੁਕਮਨਾਮੇ ਨੂੰ ਮੰਨਣ ਦੀ ਥਾਂ ਤੇ ਪ੍ਰਕਾਸ਼ ਸਿੰਘ ਬਾਦਲ ਨੇ 24 ਜਨਵਰੀ 1999 ਨੂੰ ਆਪਣੀ ਸਰਕਾਰੀ ਕੋਠੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 133 ਮੈਂਬਰਾਂ ਨੂੰ ਸੱਦਿਆ। ਉਹਨਾਂ ਦੀ ਮੀਟਿੰਗ ਹੋਈ ਔਰ ਉਹਨਾਂ ਮੈਂਬਰਾਂ ਤੋਂ ਇਹ ਮਤਾ ਪਵਾਇਆ ਗਿਆ ਕਿ ਅਕਾਲ ਤਖਤ ਦਾ ਜਿਹੜਾ ਜਥੇਦਾਰ ਹੈ ਭਾਈ ਰਣਜੀਤ ਸਿੰਘ ਜੀ ਨੇ ਮਿਲ ਜੁਲ ਕੇ ਖਾਲਸਾ ਪ੍ਰਗਟ ਦਿਵਸ ਮਨਾਉਣ ਦਾ ਹੁਕਮ ਕੀਤਾ, ਉਹਨੂੰ ਇਹ ਹੁਕਮ ਵਾਪਸ ਲੈਣਾ ਚਾਹੀਦਾ। ਤਾਂ 25 ਜਨਵਰੀ 1999 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਜਥੇਦਾਰ ਰਣਜੀਤ ਸਿੰਘ ਨੇ ਇਹ ਹੁਕਮਨਾਮਾ ਭੇਜਿਆ ਕਿ ਜਿਹੜਾ ਤੁਸੀਂ ਇਹ ਮਤਾ ਪਾਸ ਕੀਤਾ ਕੱਲ, ਇਸ ਮਤੇ ਦੇ ਹੇਠਾਂ ਜਿਹੜੇ ਸਾਈਨ ਹੋਏ ਨੇ, ਕੀ ਉਹ ਸੱਚੀਓ ਤੁਹਾਡੇ ਹੈ? ਤੁਸੀਂ 11 ਫਰਵਰੀ ਤੱਕ ਸਪਸ਼ਟ ਕਰੋ, ਆਪਣੀ ਹਕੀਕਤ ਦੱਸੋ ਕਿ ਤੁਸੀਂ ਕਿੱਥੇ ਖੜੇ ਹੋ। ਜਦੋਂ ਬਾਰ-ਬਾਰ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਸੀ, ਆਖਿਰ ਫਿਰ 10 ਫਰਵਰੀ 1999 ਨੂੰ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸਿੱਖ ਪੰਥ ਨੂੰ ਇੱਕ ਅਪੀਲ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਦਾ ਬਾਈਕਾਟ ਕੀਤਾ ਜਾਵੇ, ਤਾਂ ਬਾਦਲ ਨੇ ਇਸ ਤੋਂ ਬਾਅਦ ਫਿਰ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵੱਡਾ ਸਾਬਤ ਕਰਨ ਦੇ ਲਈ ਇਹਨੇ ਇੱਕ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰਾਂ ਦੀ ਮੀਟਿੰਗ ਸੱਦੀ। ਸਿਰਫ 15 ਐਗਜ਼ੈਕਟਿਵ ਮੈਂਬਰ ਉੱਥੇ ਪਹੁੰਚੇ। ਉਹਨਾਂ 15 ਦੇ ਵਿੱਚੋਂ 10 ਐਗਜ਼ੈਕਟਿਵ ਮੈਂਬਰ ਜਿਹੜੇ ਬਾਦਲ ਧੜੇ ਦੇ ਸੀ, ਉਹਨਾਂ ਨੇ 10 ਮੈਂਬਰਾਂ ਨੇ ਮਤਾ ਪਾ ਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਬਰਖਾਸਤ ਕਰਤਾ। ਦੇਖੋ ਹਾਲਾਤ ਕੈਸੇ ਨੇ ਕਿ ਵੱਡੇ ਵੱਡੇ ਲੋਕ ਅਕਾਲ ਤਖਤ ਸਾਹਿਬ ਅੱਗੇ ਝੁਕਦੇ ਰਹੇ, ਪਰ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਟਿੱਚ ਸਮਝਦਾ ਰਿਹਾ। ਇੱਥੇ ਅਜੇ ਵਸ ਨਹੀਂ ਹੈ, ਇਹਦੇ ਬੜੇ ਲੰਮੇ ਕਿੱਸੇ ਹੈ। ਮੈਂ ਦੱਸਣਾ ਚਾਹੁੰਦਾ ਕਿ 7 ਦਸੰਬਰ ਸਨ 2000 ਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਜਥੇਦਾਰ ਜੋਗਿੰਦਰ ਸਿੰਘ ਬੇਦੰਤੀ, ਉਹਨਾਂ ਵੱਲੋਂ ਇੱਕ ਸਟੇਟਮੈਂਟ ਲੱਗੀ ਜਦੋਂ ਉਹ ਅਕਾਲ ਤਖਤ ਦੇ ਜਥੇਦਾਰ ਸੀਗੇ। 7 ਦਸੰਬਰ 2000 ਨੂੰ ਇਹ ਸਟੇਟਮੈਂਟ ਲੱਗੀ। ਉਹਨਾਂ ਕਿਹਾ ਕਿ ਜਿਹੜੀ ਆਰਐਸਐਸ ਹੈ ਇਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਨਾ ਦੇਵੇ ਅਤੇ ਆਰਐਸਐਸ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰਾ ਹੈ। 7 ਦਸੰਬਰ 2000 ਨੂੰ ਜੋਗਿੰਦਰ ਸਿੰਘ ਬੇਦੰਤੀ ਆਰਐਸਐਸ ਦੇ ਖਿਲਾਫ ਬਿਆਨ ਦੇ ਰਿਹਾ ਹੈ। 2 ਦਿਨ ਬਾਅਦ 9 ਦਸੰਬਰ ਸਨ 2000 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਲਾਨ ਕੀਤਾ, ਇਹ ਬਿਆਨ ਦਿੱਤਾ ਉਸੇ ਅਖਬਾਰ ਦੇ ਵਿੱਚ ਕਿ ਜਿਹੜੀ ਆਰਐਸਐਸ ਹੈ ਇਹ ਦੇਸ਼ ਭਗਤਾਂ ਦੀ ਜਥੇਬੰਦੀ ਹੈ। ਆਰਐਸਐਸ ਦੇ ਖਿਲਾਫ ਬਿਆਨ ਦੇਣ ਵਾਲੇ ਦੇਸ਼ ਧਰੋਹੀ ਨੇ, ਇਹ ਪੰਜਾਬ ਦੇ ਦੇਸ਼ ਦੇ ਦੁਸ਼ਮਣ ਨੇ, ਪੰਜਾਬ ਦੇ ਅਮਨ ਨੂੰ ਭੰਗ ਕਰਨਾ ਚਾਹੁੰਦੇ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਦੀ ਜਿਹੜੀ ਹੈ ਕਾਟ ਕੀਤੀ ਸਿਰਫ 2 ਦਿਨਾਂ ਬਾਅਦ ਬਾਦਲ ਨੇ। ਇੱਥੇ ਅਜੇ ਵਸ ਨਹੀਂ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜਦੋਂ ਇਹਦੇ ਰਾਜ ਦੇ ਵਿੱਚ ਪਿਆਰਾ ਸਿੰਘ ਭਨਿਆਰੇ ਵਾਲੇ ਸਾਧ ਨੇ ਪੰਜਾਬ ਦੀ ਧਰਤੀ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਥਾਂ-ਥਾਂ ਅੱਗਾਂ ਲਗਵਾਈਆਂ। ਪੰਜਾਬ ਦੇ ਵਿੱਚ 13 ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਰੂਪ ਅਗਨ ਭੇਟ ਹੋਏ, ਪਰ ਇਹਦੇ ਬਾਵਜੂਦ ਉਹਦੇ ਤੇ ਸਖਤ ਕਾਰਵਾਈ ਨਾ ਹੋਈ। ਕਾਰਵਾਈ ਕੀ ਕਰਨੀ ਸੀ, ਬਲਕਿ 9 ਜੁਲਾਈ ਸਨ 2001 ਨੂੰ ਜਦੋਂ ਜਥੇਦਾਰ ਜੋਗਿੰਦਰ ਸਿੰਘ ਬੇਦੰਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਇੱਕ ਹੁਕਮਨਾਮਾ ਦਿੱਤਾ। ਪੰਥ ਨੂੰ ਕਿਹਾ ਕਿ ਭਨਿਆਰਾਂ ਵਾਲੇ ਸਾਧ ਨਾਲ ਕੋਈ ਰਾਬਤਾ ਨਾ ਰੱਖੋ, ਇਹਨਾਂ ਦੇ ਸ਼ਰਧਾਲੂਆਂ ਨੂੰ ਕੋਈ ਸਹਿਯੋਗ ਨਾ ਦਿਓ, ਬਲਕਿ ਇਹਨਾਂ ਦੇ ਡੇਰੇ ਕੋਈ ਨਾ ਜਾਵੇ। ਜਦੋਂ ਇਹ ਹੁਕਮ ਅਕਾਲ ਤਖਤ ਵੱਲੋਂ ਆਇਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਈ ਲੀਡਰਾਂ ਨੂੰ ਭਨਿਆਰਾਂ ਵਾਲੇ ਦੇ ਡੇਰੇ 'ਚ ਭੇਜਿਆ। ਕੇਵਲ ਬਾਦਲ ਵਰਗੇ ਬੰਦੇ ਅਕਾਲ ਤਖਤ ਸਾਹਿਬ ਦੇ ਹੁਕਮ ਦੀਆਂ ਧੱਜੀਆਂ ਉਡਾਉਂਦੇ ਹੋਏ ਭਨਿਆਰਾਂ ਵਾਲੇ ਦੇ ਡੇਰੇ ਵਿੱਚ ਜਾ ਕੇ ਹਾਜ਼ਰੀਆਂ ਭਰਦੇ ਰਹੇ। ਇਸ ਤੋਂ ਇਲਾਵਾ ਨੂਰ ਮਹਿਲੀਆਂ ਦੇ ਨਾਲ ਕਿਵੇਂ ਜ਼ਾਰੀ ਨਿਭਾਈ, ਸੌਦਾ ਸਾਧ ਵਾਲੀ ਜ਼ਾਰੀ ਤਾਂ ਕੋਈ ਭੁੱਲਿਆ ਨਹੀਂ ਹੈ ਕਿ ਕਿਵੇਂ 2007 ਦੇ ਵਿੱਚ ਜਿਹੜਾ ਸਵਾਂਗ ਰਚਿਆ ਸੌਦਾ ਸਾਧ ਨੇ, ਉਸ ਕੇਸ ਦੇ ਵਿੱਚੋਂ ਬਾਦਲ ਨੇ ਬਚਾਇਆ। ਬਿਨਾਂ ਮੰਗਿਆਂ ਕਿਵੇਂ ਜਥੇਦਾਰਾਂ ਤੋਂ ਮਾਫੀ ਮੰਗਾਈ, ਮੈਂ ਉਹਦਾ ਡਿਟੇਲ ਦੱਸਣਾ ਠੀਕ ਨਹੀਂ ਸਮਝਦਾ, ਸਾਰੇ ਅਸੀਂ ਜਾਣੂ ਆ। ਔਰ ਹੁਣ ਤੁਸੀਂ ਵੇਖ ਲਓ ਸਨ 2022 ਦੀਆਂ ਚੋਣਾਂ ਦੇ ਵਿੱਚ ਵੀ ਸੌਦਾ ਸਾਧ ਦੇ ਚੇਲਿਆਂ ਨੇ ਜਿੱਥੇ ਬੀਜੇਪੀ ਨੂੰ ਸਪੋਰਟ ਦਿੱਤੀ, ਉੱਥੇ ਬਾਦਲ ਗਰੁੱਪ ਨੂੰ ਵੀ ਸਪੋਰਟ ਦਿੱਤੀ ਆ। ਚਾਹੀਦਾ ਤਾਂ ਇਹ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਬਾਦਲ ਦਲੀਆਂ ਨੂੰ ਤਲਬ ਕਰਦੇ ਅਕਾਲ ਤਖਤ ਸਾਹਿਬ ਤੇ, ਪਰ ਮੈਂ ਹੈਰਾਨ ਹੁੰਨਾ ਕਿ ਕਿਸ ਕਿਸਮ ਦੇ ਹਾਲਾਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ, ਕਿਸ ਕਿਸਮ ਦੇ ਲੋਕ ਪ੍ਰਬੰਧ ਸੰਭਾਲ ਰਹੇ ਨੇ ਜਾਂ ਕਾਬਜ ਹੋ ਕੇ ਬੈਠੇ ਐ। ਗੁਰੂ ਪਿਆਰਿਓ, ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖੋ, ਏਡੇ ਵੱਡੇ ਪੱਧਰ ਤੇ ਉਹਦੀਆਂ ਗਦਾਰੀਆਂ ਉਹ ਵੱਖਰੀਆਂ ਨੇ, ਉਹ ਨਹੀਂ ਅੱਜ ਆਪਾਂ ਦੱਸੀਆਂ। ਮੈਂ ਸਿਰਫ ਇੱਕ ਲਫ਼ਜ਼ ਦੀ ਵਿਆਖਿਆ ਕਰ ਰਿਹਾ ਕਿ ਅਕਾਲ ਤਖਤ ਸਾਹਿਬ ਦਾ ਬਾਗੀ ਪ੍ਰਕਾਸ਼ ਸਿੰਘ ਬਾਦਲ ਕਿਵੇਂ ਹੈ। ਜਿਹੜਾ ਅਕਾਲ ਤਖਤ ਸਾਹਿਬ ਦਾ ਬਾਗੀ ਹੈ, ਉਸ ਬਾਦਲ ਨੂੰ 5 ਦਸੰਬਰ ਸਨ 2011 ਨੂੰ ਫਖਰੇ ਕੌਮ ਦਾ ਖਿਤਾਬ ਦਿੱਤਾ ਗਿਆ। ਸੋ ਬੜੇ ਲੰਮੇ ਚਿੱਠੇ ਹੈ। ਆਖਰ ਤੇ ਮੈਂ ਇਹ ਕਹਿਣਾ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਤੁਸੀਂ ਪਿਛਲੇ ਸਮਿਆਂ 'ਚ ਕਹਿੰਦੇ ਰਹੇ ਹੋ ਕਿ ਕੌਮ ਜਥੇਦਾਰ ਨਾਲ ਖੜ ਜਾਏ,
ਤਾਂ ਜਥੇਦਾਰ ਜਿਹੜਾ 18ਵੀਂ ਸਦੀ ਵਾਲੇ ਜਥੇਦਾਰ ਵਰਗੀ ਭੂਮਿਕਾ ਨਿਭਾ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ, ਕੌਮ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੀ ਪਾਤਰ ਹੋ ਚੁੱਕੀ ਹੈ। ਪੰਥ ਦੋਖੀ ਅਕਾਲ ਤਖਤ ਸਾਹਿਬ ਦੇ ਬਾਗੀ ਬਾਦਲ ਪਰਿਵਾਰ ਨੂੰ ਸਿਆਸਤ ਦੇ ਵਿੱਚੋਂ ਖਤਮ ਕਰ ਚੁੱਕੀ ਹੈ। ਡੈਡ ਹੋ ਚੁੱਕਿਆ ਬਾਦਲ ਪਰਿਵਾਰ। ਪਰ ਅੱਜ ਤੁਸੀਂ ਡੈਡ ਹੋਏ ਬਾਦਲ ਪਰਿਵਾਰ ਦੇ ਵਿੱਚ ਜਾਨ ਪਾਉਣ ਦੇ ਲਈ ਅਕਾਲ ਤਖਤ ਦੇ ਬਾਗੀ ਬਾਦਲ ਦੇ ਵਿੱਚ ਜਾਨ ਪਾਉਣ ਦੇ ਲਈ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰ ਰਹੇ ਹੋ। ਜੇ ਆਪਣੇ ਅੰਦਰ ਇਮਾਨਦਾਰੀ ਹੈ ਤਾਂ ਸਭ ਤੋਂ ਪਹਿਲਾ ਕੰਮ ਕਰੋ ਕਿ ਜਿਹੜਾ ਫਖਰੇ ਕੌਮ ਦਿੱਤਾ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ, ਜਿਹੜਾ 5 ਦਸੰਬਰ 2011 ਨੂੰ ਦਿੱਤਾ ਸੀ, ਉਹ ਫਖਰੇ ਕੌਮ ਵਾਪਸ ਲਓ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਕਾਲ ਤਖਤ ਤੇ ਤਲਬ ਕਰੋ, ਇਹਨਾਂ ਤੇ ਸਖਤੀ ਨਾਲ ਐਕਸ਼ਨ ਲਓ ਤਾਂ ਜੋ ਸਾਰੀ ਕੌਮ ਦਾ ਭਰੋਸਾ ਤੁਹਾਡੇ ਤੇ ਵੱਜ ਸਕੇ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਨਹੀਂ ਤਾਂ ਹੁਣ ਉਹ ਦਿਨ ਬਹੁਤੇ ਦੂਰ ਨਹੀਂ ਹਨ ਜਦੋਂ ਸਾਡੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਸਿੱਖਾਂ ਦੇ ਹੱਥ ਵਿੱਚ ਆਊਗੀ ਔਰ ਜਿਹੜੇ ਲੋਕ ਗਦਾਰਾਂ ਡੋਗਰਿਆਂ ਦਾ ਪੱਖ ਪੂਰਨਗੇ ਉਹਨਾਂ ਦਾ ਜਿਹੜਾ ਨਾਂ ਹੈ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਊਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗਾ। ਪ੍ਰੂਫ ਬਹੁਤ ਜ਼ਿਆਦਾ ਨੇ, ਮੈਂ ਤੱਥਾਂ ਸਮੇਤ ਬਹੁਤ ਸੰਖੇਪ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਇਹ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖਤ ਦਾ ਬਾਗੀ ਕਿਵੇਂ ਹੈ। ਅੱਜ ਜਦੋਂ ਮੌਜੂਦਾ ਸਮੇਂ ਵਿੱਚ ਅਕਾਲ ਤਖਤ ਸਾਹਿਬ ਦੀਆਂ ਦੇ ਜਥੇਦਾਰਾਂ ਦੀਆਂ ਨਲਾਇਕੀਆਂ ਅਸੀਂ ਧਿਆਨ ਵਿੱਚ ਲਿਆਉਂਦੇ ਆ ਤਾਂ ਇਹ ਬਾਦਲ ਕੇ ਸਭ ਤੋਂ ਵੱਧ ਚੀਕਾਂ ਮਾਰਦੇ ਆ ਕਿ ਅਕਾਲ ਤਖਤ ਨੂੰ ਇਹ ਬੰਦੇ ਚੈਲੰਜ ਕਰ ਰਹੇ ਆ। ਅੱਜ ਤੱਥਾਂ ਸਮੇਤ ਆਪਾਂ ਦੱਸਿਆ ਕਿ ਚੈਲੰਜ ਕੌਣ ਕਰ ਰਿਹਾ ਹੈ। ਗੁਰੂ ਖਾਲਸਾ ਪੰਥ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਭਰੋਸਾ ਰੱਖ ਕੇ ਆਓ ਇੱਕ ਮੁਠਤਾ ਦੇ ਨਾਲ ਪਵਿੱਤਰ ਇਤਿਹਾਸਕ ਗੁਰਧਾਮਾਂ ਵੱਲ ਵਧੀਏ। ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।